ਹੈਲੋ एवरीवन। सो ਅੱਜ ਦਾ ਆਪਣਾ ਟੌਪਿਕ ਹੈ ਡਿਸਕਸ਼ਨ ਬੇਸਡ ਐਸੇਜ਼। ਡਿਸਕਸ਼ਨ ਬੇਸਡ ਐਸੇਜ਼ ਕਾਫੀ ਕਾਮਨ ਕੁਐਸਚਨ ਟਾਈਪ ਆ ਆਇਲਸ ਦੇ ਵਿੱਚ, ਬਟ ਕਾਮਨ ਹੋਣ ਦੇ ਬਾਵਜੂਦ ਕਈ ਬੱਚੇ ਇਹਦੇ ਵਿੱਚ ਮਿਸਟੇਕਸ ਕਰਦੇ ਨੇ। ਕੁਝ ਕਾਮਨ ਮਿਸਟੇਕਸ ਨੇ ਬਿਕਾਜ਼ ਇਟ ਇਜ਼ ਡਿਫਰੈਂਟ ਫਰੋਮ ਐਗਰੀ ਔਰ ਡਿਸਐਗਰੀ। ਜੇ ਆਪਾਂ ਇਹਨਾਂ ਨੂੰ ਸੇਮ ਫਾਰਮੈਟ 'ਚ ਲਿਖਾਂਗੇ ਤਾਂ ਵੀ ਆਰ ਨੋਟ ਗੋਇੰਗ ਟੂ ਸਕੋਰ ਗੁੱਡ। So we should have a clear plan on how to write it. Today I'm going to share an essay template with you, so stay till the end with me and we are going to... Okay, format for discussion essays is it follows 4 paragraph structure. Very first one is introduction, which should be around 50 words. Then body paragraph 1, which should be around 80 words. Body paragraph 2, which should also be around 80 words, and the conclusion shouldn't be lengthier than 50 or 60 words either. So ਅੱਜ ਟੈਂਪਲੇਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਇੰਟਰੋ ਦਾ ਟੈਂਪਲੇਟ ਹੈ। ਪਹਿਲਾਂ ਇੰਟਰੋ ਕਿਵੇਂ ਲਿਖਦੇ ਆ ਆਪਾਂ, ਬਿਕਾਜ਼ ਡਿਸਕਸ ਬੋਥ ਵਿਊਜ਼ ਆ, ਸੋ ਆਪਾਂ ਨੂੰ 2 ਸਾਈਡਸ ਲਿਖਣੀਆਂ ਪੈਣਗੀਆਂ। ਇੱਕ ਸਾਈਡ ਲਿਖਣ ਦੇ ਲਈ ਆਪਾਂ ਯੂਜ਼ ਕਰ ਰਹੇ ਹਾਂ ਵਾਈਲ ਸਮ ਪੀਪਲ ਟੈਂਡ ਟੂ ਸਪੋਰਟ ਦਾ ਕੰਸੈਪਟ ਆਫ, ਇੱਥੇ ਆਪਾਂ ਪਹਿਲੀ ਸਾਈਡ ਲਿਖਾਂਗੇ ਓਪੀਨੀਅਨ 1, comma, others hold a different opinion that, then opinion 2. This essay intends to discuss both views along with my opinion in the following paragraphs. So ਜੇ ਆਪਾਂ ਨੂੰ ਡਿਸਕਸ਼ਨ ਦੇ ਵਿੱਚ ਪੁੱਛਿਆ ਗਿਆ ਵੀ discuss both views and give your own opinion, then we are going to end our introduction with this kind of thesis. ਤੇ ਜੇ ਕਿਸੇ ਨੂੰ ਇਹਦੇ ਵਿੱਚ ਕੁਝ ਡਿਫੀਕਲਟ ਵਰਡਸ ਲੱਗ ਰਹੇ ਨੇ ਤਾਂ ਮੈਂ ਉਹਨਾਂ ਨੂੰ 1 by 1 ਡਿਸਕਸ ਕਰਨ ਦੀ ਕੋਸ਼ਿਸ਼ ਕਰਦਾ। ਸੋ ਪਹਿਲਾ ਵਰਡ ਜਿਹੜਾ ਯੂਜ਼ ਕੀਤਾ ਹੋਇਆ ਵਾਇਲ ਦਾ ਮਤਲਬ ਹੁੰਦਾ ਜਦ ਕਿ। ਇਹ ਆਪਾਂ ਯੂਜ਼ ਕਰਦੇ ਹਾਂ 2 ਆਪੋਜ਼ਿਟ ਆਈਡੀਆਜ਼ ਨੂੰ ਲਿਖਣ ਦੇ ਲਈ। ਵਾਇਲ ਜਦ ਕਿ ਕੁਝ ਲੋਕ ਆ ਮੰਨਦੇ ਹਨ ਤਾਂ ਦੂਸਰੇ ਆ ਮੰਨਦੇ ਹਨ। ਸੈਕਿੰਡ ਵਰਡ ਹੈਗਾ ਟੈਂਡ ਟੂ ਦਾ ਮਤਲਬ ਹੁੰਦਾ ਹੈ ਆਮ ਤੌਰ 'ਤੇ। ਦੈਨ ਸਪੋਰਟ ਦਾ ਕੰਸੈਪਟ ਆਫ, ਇਸ ਕੰਸੈਪਟ ਨੂੰ ਸਪੋਰਟ ਕਰਦੇ ਆ ਓਪੀਨੀਅਨ 1 ਦੇ ਆਈਡੀਆ ਨੂੰ। others hold a different opinion, ਦੂਸਰਾ opinion ਰੱਖਦੇ ਹਨ। then this essay intends to, ਕੋਸ਼ਿਸ਼ ਕਰੇਗਾ, ਇਹ essay ਕੋਸ਼ਿਸ਼ ਕਰੇਗਾ ਡਿਸਕਸ ਕਰਨ ਦੀ। along with my opinion, ਦੋਨੋਂ ਵਿਊਜ਼ ਨੂੰ ਮੇਰੇ opinion ਦੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕਰੇਗਾ। hopefully it was easy. let's move on. now we'll read one question. some people say that students should take extra classes after school. so ਇਹਦਾ ਕੀ ਮਤਲਬ ਆ ਕਿ ਬੱਚਿਆਂ ਨੂੰ ਸਕੂਲ ਤੋਂ ਬਾਅਦ ਵੀ ਆ ਕੇ ਟਿਊਸ਼ਨਸ ਵਗੈਰਾ ਲੈਣੀਆਂ ਚਾਹੀਦੀਆਂ ਨੇ। ਵਾਈਲ ਅਦਰਸ ਡਿਸਐਗਰੀ, ਜਦ ਕਿ ਦੂਸਰੇ ਸੋਚਦੇ ਨੇ ਇਹ ਚੰਗਾ ਖਿਆਲ ਨਹੀਂ ਹੈਗਾ। ਡਿਸਕਸ ਬੋਥ ਵਿਊਜ਼ ਐਂਡ ਗਿਵ ਯੋਰ ਓਨ ਓਪੀਨੀਅਨ। ਸੋ ਇਹਦੇ 'ਚ ਆਪਣਾ ਜਿਹੜਾ ਟਾਸਕ ਆ, 2 ਟਾਸਕ ਨੇ। ਇੱਕ ਤਾਂ ਦੋਨੋਂ ਵਿਊਜ਼ ਆਪਾਂ ਡਿਸਕਸ ਕਰਨੇ ਨੇ ਅਤੇ ਆਪਣਾ ਓਪੀਨੀਅਨ ਵੀ ਦੇਣਾ ਹੈ। ਜੇ ਆਪਾਂ ਆਪਦਾ ਓਪੀਨੀਅਨ ਨਾ ਦਿੱਤਾ ਤਾਂ ਇਟ ਵਿਲ ਬੀ ਮਾਰਕਡ ਐਜ਼ ਇਨਕੰਪਲੀਟ ਆਨਸਰ। ਹੁਣ ਆਪਾਂ ਸਮਝਦੇ ਹਾਂ ਵੀ ਇੰਟਰੋਡਕਸ਼ਨ ਦਾ ਸਟਰਕਚਰ ਕੀ ਹੁੰਦਾ। ਜਿਵੇਂ ਆਪਾਂ ਪਹਿਲਾਂ ਸਮਝਿਆ ਸੀ ਡਿਸਕਸ ਬੋਥ ਵਿਊਜ਼ ਦਾ ਸਟਰਕਚਰ ਹੁੰਦਾ ਇੰਟਰੋ, ਬੋਡੀ ਪੈਰਾਗ੍ਰਾਫਸ ਐਂਡ ਕਨਕਲੂਜਨ। ਹੁਣ ਉਸੇ ਤਰ੍ਹਾਂ ਇੰਟਰੋਡਕਸ਼ਨ ਕੈਨ ਆਲਸੋ ਬੀ ਡਿਵਾਈਡਡ ਇਨਟੂ ਸਬ ਸੈਕਸ਼ਨਸ। ਸੋ ਉਹਦਾ ਸਭ ਤੋਂ ਜਿਹੜਾ ਪਹਿਲਾ ਸਬ ਸੈਕਸ਼ਨ ਉਹ ਕੀ ਹੈ, ਜਨਰਲ ਸਟੇਟਮੈਂਟ। ਜਨਰਲ ਸਟੇਟਮੈਂਟ ਨਿਊਟਰਲ ਹੋਣੀ ਚਾਹੀਦੀ ਆ ਅਤੇ ਆਈਡੀਅਲੀ ਜੇ ਸਿੰਗਲ ਸੈਂਟੈਂਸ ਹੋਊਗੀ ਤਾਂ ਇਟ ਇਜ਼ ਮਚ ਬੈਟਰ। ਐਵਰੀ ਨਾਈਸ ਐਸੇ ਹੈਜ਼ ਅ ਵੈਰੀ ਸ਼ਾਰਟ ਜਨਰਲ ਸਟੇਟਮੈਂਟ। ਸੈਕਿੰਡ, ਰੀਫਰੇਜ਼ਿੰਗ। ਰੀਫਰੇਜ਼ਿੰਗ ਦਾ ਜਿਹੜਾ ਮੀਨਿੰਗ ਦਾ ਖਿਆਲ ਰੱਖਣਾ ਹੁੰਦਾ ਆਪਾਂ। ਕੁਐਸਚਨਸ ਨੂੰ ਧਿਆਨ ਨਾਲ ਸਮਝੋ ਐਂਡ ਦੈਨ ਟਰਾਈ ਟੂ ਰੀਫਰੇਜ਼ ਦੈਮ ਇਨ ਸੱਚ ਅ ਵੇ ਦੈਟ ਮੀਨਿੰਗ ਤਾਂ ਚੇਂਜ ਹੋਵੇ, ਓਵਰਆਲ ਮੀਨਿੰਗ ਸੇਮ ਰਹਿਣਾ ਚਾਹੀਦਾ। ਅਵੋਇਡ ਯੂਜ਼ਿੰਗ ਮਕੈਨੀਕਲ ਟੋਨ, ਨੈਚੁਰਲ ਵੋਕੈਬਲਰੀ ਯੂਜ਼ ਕਰਨ ਦੀ ਕੋਸ਼ਿਸ਼ ਕਰੋ। ਸੋ ਫੋਰ ਐਗਜ਼ਾਮਪਲ, ਜੇ ਮੈਂ ਓਲਡ ਪੀਪਲ ਦੀ ਗੱਲ ਕਰ ਰਿਹਾ ਤਾਂ ਜੇ ਉੱਥੇ ਮੈਂ ਗ੍ਰੇ ਹੇਅਰਡ ਔਰ ਸਮਥਿੰਗ ਯੂਜ਼ ਕਰੂੰਗਾ, it wouldn't sound very nice for rephrasing part. It can be used for the body paragraphs, but it's not very nice for the rephrasing part because I don't think old people would like them to be called gray haired. Then thesis should be straightforward. It is normally the plan of your essay. ਇਹ ਤੁਹਾਡੇ essay ਦਾ plan ਹੁੰਦਾ ਅਤੇ ਇਹਦਾ ਮਕਸਦ ਕੀ ਹੁੰਦਾ, it should address the question fully. ਫੋਰ ਐਗਜ਼ਾਮਪਲ ਜਿਹੜਾ ਆਪਣਾ ਅੱਜ ਦਾ ਥੀਸਿਸ ਆ ਉਹਦੇ ਵਿੱਚ ਆਪਾਂ ਲਿਖਾਂਗੇ ਕਿ ਮੈਂ ਦੋਨੋਂ ਵਿਊਜ਼ ਡਿਸਕਸ ਕਰੂੰਗਾ ਐਂਡ ਦੈਨ ਮੈਂ ਆਪਣਾ ਓਪੀਨੀਅਨ ਵੀ ਦੇਊਂਗਾ। ਤਾਂ ਇੱਥੇ ਮੈਂ ਆਪਣਾ ਪਲਾਨ ਦੱਸ ਰਿਹਾਗਾ। ਸੋ ਹੋਪਫੁਲੀ ਤੁਹਾਨੂੰ ਇਹ ਵੀ ਸਮਝ ਆ ਗਿਆ ਹੋਊਗਾ। ਹੁਣ ਆਪਾਂ ਇਕੱਲਾ ਸਬ ਸੈਕਸ਼ਨ ਐਗਜ਼ਾਮਪਲਸ ਨਾਲ ਸਮਝਾਂਗੇ। ਸੋ ਸਭ ਤੋਂ ਪਹਿਲਾਂ ਆਪਣੇ ਕੋਲ ਐਗਜ਼ਾਮਪਲ ਹੈ ਜਨਰਲ ਸਟੇਟਮੈਂਟ ਦੀ। ਜਨਰਲ ਸਟੇਟਮੈਂਟ ਜਿਵੇਂ ਆਪਾਂ ਕਿਹਾ ਸੀ ਨਿਊਟਰਲ ਹੋਣੀ ਚਾਹੀਦੀ ਆ ਅਤੇ ਛੋਟੀ ਹੋਣੀ ਚਾਹੀਦੀ ਆ।
ਸੋ ਜੇ ਆਪਾਂ ਇੱਥੇ ਦੇਖਾਂਗੇ ਤਾਂ ਇੱਕ ਛੋਟੀ ਜਿਹੀ ਜਨਰਲ ਸਟੇਟਮੈਂਟ ਹੈ। ਜਨਰਲ ਸਟੇਟਮੈਂਟ ਜਿਹੜੀ ਟੌਪਿਕ ਨੂੰ ਇੰਟਰੋਡਿਊਸ ਕਰ ਰਹੀ ਆ। ਐਜ਼ ਦਾ ਕੰਪੀਟੀਸ਼ਨ ਇਜ਼ ਇੰਕਰੀਜ਼ਿੰਗ, ਜਿਵੇਂ ਜਿਵੇਂ ਕੰਪੀਟੀਸ਼ਨ ਵੱਧ ਰਿਹਾ ਹੈ, ਪੇਰੈਂਟਸ ਹੈਵ ਬੀਨ ਥਿੰਕਿੰਗ ਆਫ ਵੇਜ਼ ਟੂ ਮੈਕਸੀਮਾਈਜ਼ ਦਾ ਪੋਟੈਂਸ਼ੀਅਲ ਆਫ ਦੇਅਰ ਚਿਲਡਰਨ। ਪੇਰੈਂਟਸ ਨਵੇਂ ਤਰੀਕੇ ਲੱਭ ਰਹੇ ਨੇ ਕਿ ਉਹ ਆਪਦੇ ਬੱਚਿਆਂ ਨੂੰ ਉਹ 'ਚ ਹੋਰ ਸੁਧਾਰ ਕਰ ਸਕਣ, ਉਹਨਾਂ ਦੀ ਪੋਟੈਂਸ਼ੀਅਲ, ਉਹਨਾਂ ਦੀ ਯੋਗਤਾ ਨੂੰ ਹੋਰ ਸੁਧਾਰ ਸਕਣ। ਸੋ ਯੂ ਕੈਨ ਸੀ ਇਟਸ ਪ੍ਰੀਟੀ ਸ਼ਾਰਟ ਐਂਡ ਕੰਸਾਈਜ਼। ਸੋ I would say it is a nice general statement. Moving on to second subsection, which is rephrasing. Rephrasing ਆਪਾਂ ਕੀ ਕਿਹਾ ਸੀ ਕਿ overall meaning ਜਿਹੜਾ ਉਹ ਬਦਲਣਾ ਨਹੀਂ ਚਾਹੀਦਾ। ਜਿਹੜੀ ਗੱਲ ਕੁਐਸਚਨ 'ਚ ਹੋਈ ਆ ਥੋੜ੍ਹਾ ਮੋਟਾ ਉਹਨੂੰ ਚੇਂਜ ਕਰਕੇ ਉਹੀ ਲਿਖਣਾ ਹੁੰਦਾ। ਸੋ ਕੁਐਸਚਨ ਜੇ ਆਪਾਂ ਦੁਬਾਰਾ ਯਾਦ ਕਰੀਏ ਤਾਂ ਕੀ ਸੀ ਕਿ ਇੱਕ ਪਾਸੇ ਤਾਂ ਲੋਕ ਕਹਿੰਦੇ ਸੀ ਐਕਸਟਰਾ ਕਲਾਸਿਸ ਵਧੀਆ ਨੇ, ਦੂਸਰੇ ਪਾਸੇ ਕਹਿੰਦੇ ਸੀ ਐਕਸਟਰਾ ਕਲਾਸਿਸ ਵਧੀਆ ਚੀਜ਼ ਨਹੀਂ ਹੈਗੀਆਂ ਬੱਚਿਆਂ ਲਈ। ਆਪਾਂ ਉਹੀ ਆਈਡੀਆ ਨੂੰ ਹੁਣ ਰੀਫਰੇਜ਼ ਕੀਤਾ। While some people tend to support the concept of supplementary classes, others hold a different opinion that it would not be an advantageous choice. So we are done with the rephrasing part. Now we'll move on to the next part. ਹੁਣ ਆਪਾਂ ਥੀਸਿਸ ਦੀ ਗੱਲ ਕਰਦੇ ਹਾਂ। ਇਹਨੂੰ ਆਪਾਂ ਪਲਾਨ ਵੀ ਕਹਿ ਸਕਦੇ ਹਾਂ, ਆਊਟਲਾਈਨ ਵੀ ਕਹਿ ਸਕਦੇ ਹਾਂ। ਪਹਿਲਾਂ ਇਹਨੂੰ ਪੜ੍ਹ ਲਓ। This essay intends to discuss both views along with my opinion in the following paragraphs. This essay intends to, ਇਹ essay ਕੋਸ਼ਿਸ਼ ਕਰੇਗਾ discuss both views ਨੂੰ discuss ਕਰਨ ਦੀ, along with my opinion, ਮੇਰੇ opinion ਦੇ ਨਾਲ ਅਗਲੇ ਪੈਰਾਗ੍ਰਾਫਸ ਦੇ ਵਿੱਚ। ਸੋ ਇਹਦੇ ਨਾਲ ਪੂਰਾ ਪਲਾਨ ਪਤਾ ਲੱਗ ਰਿਹਾ ਵੀ ਅੱਗੇ ਆਪਾਂ ਕੀ ਕਰਨ ਜਾ ਰਹੇ ਹਾਂ। ਸੋ ਦਿਸ ਇਜ਼ ਅ ਵੈਰੀ ਨਾਈਸ ਥੀਸਿਸ। Now is the time to put all three parts together ਤਾਂ ਕਿ ਆਪਣੇ ਕੋਲ ਇੱਕ ਨਾਈਸ ਤੇ ਫਲੂਐਂਟ ਇੰਟਰੋਡਕਸ਼ਨ ਆ ਜੇ। ਹੁਣ ਜੇ ਤੁਸੀਂ ਦੇਖੋਗੇ ਤਾਂ while some people tend to support the concept of supplementary classes, others hold a different opinion that it would not be an advantageous choice. This essay intends to discuss both views along with my opinion in the following paragraphs. So this is how you write a good introduction. ਇਹ around 40 words ਦੀ introduction ਹੋਊਗੀ, which is fine. 50 words was just a guess. We shouldn't be too focused on that. We shouldn't be worrying too much about 50 words. It can be little shorter, it can be little... Video काफ़ी lengthy हो गई है, so unfortunately I would not be able to analyze the whole essay. So for those who are interested, I have given the full essay here. They can read it thoroughly. They can compare their own essays with it, try to analyze it, learn few grammar sentences, few vocabularies from here, and ਆਪਾਂ ਹੁਣ ਮੇਨ ਪੁਆਇੰਟਸ ਡਿਸਕਸ ਕਰ ਲੈਂਦੇ ਹਾਂ। BP1 ਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਇੱਕ ਪਹਿਲਾ ਪੁਆਇੰਟ ਇਹ ਹੈ ਕਿ ਪ੍ਰੋਪੋਨੈਂਟਸ ਨੇ, ਜਿਹੜੇ ਪ੍ਰੋਪੋਨੈਂਟਸ ਹੁੰਦੇ ਆ ਸਪੋਰਟਰਸ ਇਹ ਕਹਿ ਰਹੇ ਨੇ ਵੀ ਐਕਸਟਰਾ ਕਲਾਸਿਸ ਦਾ ਬੈਨੀਫਿਟ ਇਹ ਹੋ ਸਕਦਾ ਵੀ ਜੇ ਕੋਈ ਬੱਚਾ ਸਟਰਗਲ ਕਰ ਰਿਹਾ ਕਿਸੇ ਸਬਜੈਕਟ ਦੇ ਵਿੱਚ ਜਾਂ ਕਿਸੇ ਸਪੈਸ਼ਲ ਫੀਲਡ ਦੇ ਵਿੱਚ ਤਾਂ ਉਹਦੇ ਵਿੱਚ ਉਹ ਵਧੀਆ ਹੋ ਜਾਏਗਾ। ਸੈਕੰਡਲੀ ਤੁਸੀਂ ਫਰਦਰ ਮੋਰ ਤੋਂ ਬਾਅਦ ਦੇਖ ਰਹੇ ਹੋਗੇ ਇਸੇ ਪੈਰਾਗ੍ਰਾਫ ਦੇ ਵਿੱਚ ਸੈਕਿੰਡ ਆਈਡੀਆ, ਇਹਦੇ ਨਾਲ ਇੱਕ ਸਟਰਕਚਰਡ ਅਤੇ ਸੁਪਰਵਾਈਜ਼ਡ ਇਨਵਾਇਰਮੈਂਟ ਮਿਲ ਜਾਂਦਾ ਬੱਚਿਆਂ ਨੂੰ। ਸਟਰਕਚਰਡ ਅਤੇ ਸੁਪਰਵਾਈਜ਼ ਦਾ ਇੱਥੇ ਕੀ ਮਤਲਬ ਆ ਕਿ ਉਹ ਜਿਹੜੇ ਬੱਚਿਆਂ ਨੂੰ ਬੈਠਣ ਦੇ ਵਿੱਚ ਦਿੱਕਤ ਆ, ਜਿਵੇਂ ਕਈ ਬੱਚੇ ਘਰੇ ਆ ਕੇ ਨਹੀਂ ਪੜ੍ਹਦੇ, ਡਿਸਿਪਲਿਨ 'ਚ ਨਹੀਂ ਰਹਿੰਦੇ, ਮੋਟੀਵੇਸ਼ਨ ਨਹੀਂ ਹੁੰਦੀ ਆਪ ਪੜ੍ਹਨ ਦੀ, ਉਹਨਾਂ ਲਈ ਟਿਊਸ਼ਨਸ ਕਾਫੀ ਹੈਲਪਫੁਲ ਨੇ। ਸੋ ਇਹਨਾਂ ਦੇ ਦੋ ਆਈਡੀਆਜ਼ ਐਂ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾ, ਜੇ ਕੋਈ ਸਟਰਗਲ ਕਰ ਰਿਹਾ ਉਹਦੇ ਲਈ ਬੈਨੀਫੀਸ਼ੀਅਲ ਆ। ਦੂਸਰਾ, ਜੇ ਕੋਈ ਪੜ੍ਹਨ ਦੇ ਵਿੱਚ ਬਹੁਤਾ ਇੰਟਰਸਟ ਨਹੀਂ ਦਿਖਾਉਂਦਾ ਉਹਦੇ ਲਈ ਵੀ ਟਿਊਸ਼ਨ ਕਲਾਸਿਸ ਬੈਨੀਫੀਸ਼ੀਅਲ ਨੇ। ਕਿ ਫਿਰ ਸੈਕਿੰਡ ਪੈਰਾਗ੍ਰਾਫ ਦੇ ਵਿੱਚ ਕੰਪੈਲਿੰਗ ਆਰਗੂਮੈਂਟਸ ਹੁੰਦੇ ਆ ਕਿ ਆਰਗੂਮੈਂਟਸ ਵਿਚ ਆਰ ਪਰਸੂਏਸਿਵ, ਕਨਵਿੰਸਿੰਗ। ਦੋ ਕਨਵਿੰਸਿੰਗ ਆਰਗੂਮੈਂਟਸ ਦਿਖ ਰਹੇ ਆ, ਫਸਟਲੀ ਐਂਡ ਸੈਕੰਡਲੀ ਕਰਕੇ। ਪਹਿਲਾ ਹੈਗਾ ਕਿ ਇਹਦੇ ਨਾਲ ਬਰਡਨ ਹੋਊਗਾ ਸਟੂਡੈਂਟਸ 'ਤੇ ਉਹਨਾਂ ਦੇ ਓਵਰਆਲ ਵੈਲਬੀਇੰਗ ਲਈ ਇਹ ਚੰਗਾ ਨਹੀਂ ਹੈਗਾ, ਪ੍ਰੈਸ਼ਰ ਫੀਲ ਕਰਨਗੇ ਉਹ। ਸੈਕਿੰਡ ਆਰਗੂਮੈਂਟ ਦੇਖ ਰਹੇ ਹਾਂ ਆਪਾਂ ਕਿ ਇਹਦੇ ਨਾਲ ਉਹਨਾਂ ਨੂੰ ਟਾਈਮ ਨਹੀਂ ਬਚੂਗਾ ਹੋਰ ਐਕਟੀਵਿਟੀਜ਼ ਲਈ, ਜਿਵੇਂ ਕਿ ਐਕਸਟਰਾ ਕਰਿਕੂਲਰ ਐਕਟੀਵਿਟੀਜ਼, ਸੋਸ਼ਲਾਈਜੇਸ਼ਨ ਔਰ ਰਿਲੈਕਸੇਸ਼ਨ। ਅਤੇ ਇਹ ਵੀ ਜ਼ਰੂਰੀ ਨੇ ਬੈਲੈਂਸਡ ਅਤੇ ਹੋਲਿਸਟਿਕ ਡਿਵੈਲਪਮੈਂਟ ਲਈ। ਹੋਲਿਸਟਿਕ ਹੁੰਦਾ ਓਵਰਆਲ ਡਿਵੈਲਪਮੈਂਟ। ਫਾਈਨਲੀ ਆਪਾਂ ਐਸੇ ਨੂੰ ਐਂਡ ਕਰਾਂਗੇ ਕਨਕਲੂਜਨ ਦੇ ਨਾਲ। ਉਹਦੇ 'ਚ ਆਲਦੋ ਦਾ ਸਟਰਕਚਰ ਲੱਗਿਆ ਹੋਇਆ। ਆਲਦੋ ਵਧੀਆ ਯੂਜ਼ ਹੋ ਸਕਦਾ ਹਰੇਕ ਕਨਕਲੂਜਨ ਦੇ ਵਿੱਚ, ਕਿਉਂਕਿ ਦੋ ਵਿਊਜ਼ ਲਿਖਣੇ ਹੁੰਦੇ ਨੇ ਆਪਾਂ। Although some people argue for their benefits in enhancing knowledge and skills, ਦੂਸਰੇ ਪਾਸੇ others highlight the potential drawbacks of increased stress and limited leisure time. And then importantly ਹੁਣ ਆਪਾਂ ਇੱਥੇ opinion ਲਿਖਿਆ ਕਿਉਂਕਿ ਜ਼ਰੂਰੀ ਹੈ, ਜੇ ਨਾ ਲਿਖਿਆ ਹੁੰਦਾ ਤਾਂ ਇਨਕੰਪਲੀਟ ਰਹਿ ਜਾਂਦਾ ਇਸੇ। In my opinion,
A balanced approach allowing students and parents to decide based on individual needs is the most pragmatic solution. So opinion ਕੀ ਹੈ ਕਿ ਸਟੂਡੈਂਟਸ ਐਂਡ ਪੇਰੈਂਟਸ ਨੂੰ ਡਿਸਾਈਡ ਕਰਨਾ ਚਾਹੀਦਾ ਇੰਡੀਵਿਜੂਅਲ ਦੇ ਹਿਸਾਬ ਨਾਲ ਕਿ ਉਹਨੂੰ ਟਿਊਸ਼ਨਸ ਦੀ ਲੋੜ ਹੈ ਜਾਂ ਨਹੀਂ। ਬੈਲੈਂਸਡ ਅਪਰੋਚ ਹੋਣੀ ਚਾਹੀਦੀ ਹੈ ਅਤੇ ਇਹ ਸਭ ਤੋਂ ਜ਼ਿਆਦਾ ਪ੍ਰੈਗਮੈਟਿਕ ਸੋਲਿਊਸ਼ਨ ਹੈ। ਪ੍ਰੈਗਮੈਟਿਕ ਮਤਲਬ ਪ੍ਰੈਕਟੀਕਲ। ਇਹੋ ਜਿਹੀਆਂ ਹੋਰ ਯੂਜ਼ਫੁਲ ਅਤੇ ਮੀਨਿੰਗਫੁਲ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਮੈਂ ਕੋਸ਼ਿਸ਼ ਕਰਦਾ ਰਹਾਂਗਾ ਵੀ ਮੈਂ ਇਹੋ ਜਿਹਾ ਹੋਰ ਕੰਟੈਂਟ ਜਲਦੀ ਤੋਂ ਜਲਦੀ ਬਣਾਵਾਂ ਅਤੇ ਤੁਹਾਡੀ ਹੈਲਪ ਕਰਾਂ। ਇਫ ਯੂ ਹੈਵ ਕੁਐਸਚਨਸ ਤਾਂ ਤੁਸੀਂ ਕਮੈਂਟ ਸੈਕਸ਼ਨਸ ਦੇ ਵਿੱਚ ਪੁੱਛ ਸਕਦੇ ਹੋ ਐਂਡ ਜਾਂ ਫਿਰ ਨੀਚੇ ਈਮੇਲ ਜਾਂ ਨੰਬਰ ਦਿੱਤਾ ਹੋਇਆ ਤੁਸੀਂ ਵਟਸਐਪ ਜਾਂ ਈਮੇਲ ਵੀ ਕਰ ਸਕਦੇ ਹੋ। ਯੋਰ ਕੁਐਸਚਨਸ ਆਰ ਮੋਰ ਦੈਨ ਵੈਲਕਮ। ਥੈਂਕ ਯੂ। ਆਈ ਵਿਲ ਸੀ ਯੂ ਇਨ ਦ ਨੈਕਸਟ ਵੀਡੀਓ।